अफगानिस्तानी सरकार ने क्यों गवा दिता अपना कंट्रोल? कौन सी उसामा बिन लादेन ते किवें मारिया गया? क्यों भेजी अफगानिस्तान च यूएसए ने अपनी आर्मी? किवें ताकतवर होया तालिबान? असल च साल 1979 ਦੇ ਵਿੱਚ ਅਫਗਾਨਿਸਤਾਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਨੂਰ ਮੁਹੰਮਦ ਤਾਰਕੀ ਨੂੰ ਸੋਵੀਅਤ ਯੂਨੀਅਨ ਫੌਜਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਜਿਹੜੇ ਕਿ ਤਾਰਕੀ ਸੀਗੇ ਉਹ ਖੁਦ ਇੱਕ ਕਮਿਊਨਿਸਟ ਲੀਡਰ ਸਨ, ਪਰ ਉਹਨਾਂ ਦੀ ਮੌਤ ਵੀ ਉਹਨਾਂ ਦੇ ਫੈਲੋ ਕਮਿਊਨਿਸਟ ਲੀਡਰ ਦੇ ਵੱਲੋਂ ਹੋਈ ਸੀ, ਜਿਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਕਮਿਊਨਿਸਟ ਜਿਹੜੇ ਸੀਗੇ ਉਹਨਾਂ ਦੇ ਆਪਣੇ ਹੀ ਦੋ ਧੜੇ ਬਣ ਗਏ ਸਨ। इस दहाके च एक पासे कम्यूनिस्ट भिड़ रहे सन, पर दूजे पासे कम्यूनिस्ट ते इस्लामिक दी लड़ाई शुरू हो गई सी। इसे ही समय दौरान 1979 दे विच अफगानिस्तान दे गुआंढी मुल्क ईरान च भी बगावत हुई। इस दौर दे विच ईरान दे हालात अफगानिस्तान दे नाल मिलदे जुलदे सन। एक पासे इस्लामिक सन ते दूजे पासे लैफ्टिस्ट ते कम्यूनिस्ट सन। ईरान दे राजा आधुनिकता च भरोसा रखते सन ते अपने देश लई वड्डी आर्थिक उन्नति लई यतन करते रहे, पर सत्ता दा लालच उन्हां दे विच भी बहुत सी, जिस दे कारण अपोजिशन दे नाल उन्हां ने विरोध छेड़ लए। उन्हां दे खिलाफ बगावत हुई ते 1979 दे विच इस्लामिक ने ईरान ते कब्जा कर लिया। ਜਦੋਂ ਈਰਾਨ 'ਚ ਅਜਿਹਾ ਹੋਇਆ ਤਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਖਤਰਾ ਖੜਾ ਹੋ ਗਿਆ ਕਿ ਕਿਤੇ ਈਰਾਨ ਵਰਗੇ ਹਾਲਾਤ ਅਫਗਾਨਿਸਤਾਨ ਦੇ ਵਿੱਚ ਨਾ ਬਣ ਜਾਣ, ਜਿਸ ਤੋਂ ਬਾਅਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ ਇਸਲਾਮ ਨੂੰ ਮਹੱਤਤਾ ਦੇਣੀ ਸ਼ੁਰੂ ਕੀਤੀ ਗਈ। ਆਪਣੇ ਭਾਸ਼ਣਾਂ ਦੇ ਵਿੱਚ ਇਸਲਾਮ ਨੂੰ ਮਹੱਤਤਾ ਦਿੱਤੀ ਗਈ, ਅੱਲਾ ਨੂੰ ਯਾਦ ਕੀਤਾ ਗਿਆ, ਮਸਜਿਦਾਂ ਦਾ ਨਿਰਮਾਣ ਕਰਵਾਇਆ ਗਿਆ। ਪਰ ਦੂਜੇ ਪਾਸੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਸਨ ਤੇ ਸੋਵੀਅਤ ਯੂਨੀਅਨ ਨੇ ਰਾਸ਼ਟਰਪਤੀ ਦਾ ਕਤਲ ਕਰਵਾ ਦਿੱਤਾ। ਇਸ ਦੇ ਦੋ ਕਾਰਨ ਸਨ ਜਿਸ ਕਾਰਨ ਸੋਵੀਅਤ ਯੂਨੀਅਨ ਦੇ ਵੱਲੋਂ ਰਾਸ਼ਟਰਪਤੀ ਦਾ ਕਤਲ ਕੀਤਾ ਗਿਆ, ਕਿਉਂਕਿ ਸੋਵੀਅਤ ਯੂਨੀਅਨ ਇਹ ਸਮਝਦਾ ਸੀ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਕਾਰਨ ਉਹਨਾਂ ਦੀ ਆਈਡੀਓਲੋਜੀ ਹੈ ਜਿਹੜੀ ਉਹ ਅਫਗਾਨਿਸਤਾਨ ਦੇ ਵਿੱਚ ਬਦਨਾਮ ਹੋ ਰਹੀ ਹੈ, ਜਦਕਿ ਦੂਜਾ ਕਾਰਨ ਸੀ ਕਿ ਯੂਐਸਏ ਇਧਰੋਂ ਸਟਰੋਂਗ ਹੋ ਰਿਹਾ ਸੀ। ਸੋਵੀਅਤ ਯੂਨੀਅਨ ਤੇ ਯੂਐਸਏ ਦੇ ਵਿੱਚ ਆਪਸ ਦੇ ਵਿੱਚ ਕੋਲਡ ਵਾਰ ਚੱਲ ਰਹੀ ਸੀ। ਜੇ ਸੋਵੀਅਤ ਯੂਨੀਅਨ ਅਫਗਾਨਿਸਤਾਨ ਤੇ ਕਬਜ਼ਾ ਕਰ ਲੈਂਦਾ ਤਾਂ ਉਸ ਦੀ ਤਾਕਤ ਵੱਧ ਜਾਣੀ ਸੀ। ਹੁਣ ਅਫਗਾਨਿਸਤਾਨ ਤੇ ਕਬਜ਼ਾ ਕਰਨ ਮਗਰੋਂ ਸੋਵੀਅਤ ਯੂਨੀਅਨ ਨੇ ਕੁਝ ਬਦਲਾਅ ਕੀਤੇ ਤੇ ਲੱਗਣ ਲੱਗਿਆ ਕਿ ਸ਼ਾਇਦ ਹੁਣ ਸ਼ਾਂਤੀ ਆਏਗੀ, ਪਰ ਇਸ ਤੇ ਅਮਰੀਕਾ ਚੁੱਪ ਕਿੱਦਾਂ ਬੈਠਦਾ। ਅਮਰੀਕਾ ਅਫਗਾਨਿਸਤਾਨ ਨੂੰ ਇੱਕ ਅਪਰਚੂਨਿਟੀ ਦੇ ਵਾਂਗ ਵਰਤਣਾ ਚਾਹੁੰਦਾ ਸੀ ਤੇ ਸੋਵੀਅਤ ਯੂਨੀਅਨ ਤੋਂ ਬਦਲਾ ਲੈਣਾ ਚਾਹੁੰਦਾ ਸੀ। ਉਧਰ ਹੁਣ ਅਮਰੀਕਾ ਦੇ ਵੱਲੋਂ ਇਸਲਾਮਿਕ ਮੁਜਾਹਿਦੀਨ ਨੂੰ ਸਪੋਰਟ ਕੀਤਾ ਗਿਆ, ਜੋ ਕਿ ਸੋਵੀਅਤ ਯੂਨੀਅਨ ਦੀ ਆਈਡੀਓਲੋਜੀ ਦੇ ਬਿਲਕੁਲ ਹੀ ਵਿਰੁੱਧ ਸੀ। ਮੁਜਾਹਿਦੀਨ ਜਿਹੜੇ ਪਹਿਲਾਂ ਸਿਰਫ ਗੁਰੀਲਾ ਯੁੱਧ ਕਰਦੇ ਸਨ, ਪਰ ਹੁਣ ਐਨੀ ਸਪੋਰਟ ਮਿਲਣ ਤੋਂ ਮਗਰੋਂ ਉਹਨਾਂ ਕੋਲ ਨਾ ਸਿਰਫ ਹਥਿਆਰ ਬਲਕਿ ਖਤਰਨਾਕ ਕਿਸਮ ਦੀਆਂ ਮਿਜ਼ਾਈਲਾਂ ਵੀ ਆ ਗਈਆਂ ਸਨ। ਹੁਣ ਮੁਜਾਹਿਦੀਨ ਤਾਕਤ ਫੜ ਜਾਣ ਨਾਲ ਸੋਵੀਅਤ ਯੂਨੀਅਨ ਨੂੰ ਵੱਡਾ ਝਟਕਾ ਲੱਗਾ ਸੀ। 1988 ਦੇ ਵਿੱਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਨਜੀਬੁੱਲਾ ਨੇ ਪਾਕਿਸਤਾਨ ਦੇ ਨਾਲ ਇੱਕ ਸਮਝੌਤਾ ਕੀਤਾ ਕਿ ਦੋਵੇਂ ਦੇਸ਼ ਇੱਕ ਦੂਜੇ ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਗੇ। ਇਸ ਸਮਝੌਤੇ ਦੇ ਗਵਾਹ ਸਨ ਸੋਵੀਅਤ ਯੂਨੀਅਨ ਤੇ ਯੂਐਸਏ। यूएसए वादा करता है कि जे सोवियत यूनियन अपनी आर्मी ਨੂੰ अफगानिस्तान तो हटा लेगा तो यूएसए हथियार सप्लाई करना बंद कर देगा। आखिरकार 9 साल बाद फरवरी 1999 ਦੇ ਵਿੱਚ सोवियत यूनियन ने अपनियां फौजां अफगानिस्तान चों वापस बुला लईਆਂ। साल 1990 ਦੇ ਵਿੱਚ ਅਫਗਾਨਿਸਤਾਨ ਨੂੰ ਇੱਕ ਇਸਲਾਮਿਕ ਰਿਪਬਲਿਕ ਘੋਸ਼ਿਤ ਕਰ ਦਿੱਤਾ ਗਿਆ ਤੇ ਕਮਿਊਨਿਜ਼ਮ ਦੇ ਸਾਰੇ ਰੈਫਰੈਂਸਸ ਹਟਾ ਦਿੱਤੇ ਗਏ। ਰਾਸ਼ਟਰਪਤੀ ਕੋਸ਼ਿਸ਼ ਕਰਦੇ ਹਨ ਕਿ ਸਾਰੇ ਧਾਰਮਿਕ ਰੌਲੇ ਰੱਪੇ ਨੂੰ शांत किया जाए, पर इस दे बावजूद भी अमरीका मुजाहिदीन नूं हथियार सप्लाई करना जारी रखता है ते मुजाहिदीन 1 इंच भी पिछे नहीं हटता। उन्हां दे वल्लों चोणां दा बाईकाट कर दिता जाता है, कहा जाता है कि इस्लाम खतरे 'च है। 1992 ਦੇ ਵਿੱਚ ਮੁਜਾਹਿਦੀਨ ਸਿਵਲ ਵਾਰ ਨੂੰ ਜਿੱਤ ਜਾਂਦਾ ਹੈ, ਪਰ ਸੱਤਾ ਦੇ ਲਈ ਸੰਘਰਸ਼ ਹੈ ਜਿਹੜਾ ਉਹਨਾਂ 'ਚ ਵੀ ਸ਼ੁਰੂ ਹੋ ਜਾਂਦਾ ਹੈ। ਉਧਰ ਇਹਨਾਂ ਹੀ ਸਮਿਆਂ ਦੇ ਦੌਰਾਨ ਤਾਲਿਬਾਨ ਵੀ ਖੜਾ ਹੋ ਜਾਂਦਾ ਹੈ, ਜਿਹੜਾ ਮੁਜਾਹਿਦੀਨ ਨੂੰ ਸੱਜਰੇ ਸ਼ਰੀਕ ਵਾਂਗ ਟੱਕਰਦਾ ਹੈ। 1996 ਚ ਤਾਲਿਬਾਨ ਇਸਲਾਮਿਕ ਮੁਜਾਹਿਦੀਨ ਦੇ ਲੀਡਰਾਂ ਨੂੰ ਸੱਤਾ ਚੋਂ ਹਟਾ ਦਿੰਦਾ ਹੈ। ਸ਼ੁਰੂਆਤ ਦੇ ਵਿੱਚ ਤਾਲਿਬਾਨ ਦੇ ਲੀਡਰ ਮੁੱਲਾ ਉਮਰ ਸਨ, ਜਿਨ੍ਹਾਂ ਨੇ 50 ਵਿਦਿਆਰਥੀਆਂ ਦੇ ਨਾਲ ਆਪਣਾ ਗਰੁੱਪ ਸ਼ੁਰੂ ਕੀਤਾ ਸੀ, ਪਰ ਸਮੇਂ ਦੇ ਨਾਲ-ਨਾਲ ਇਸ ਨੂੰ ਤਾਕਤ ਮਿਲਦੀ ਗਈ। ਇਹ ਲੋਕ ਮੁਜਾਹਿਦੀਨ ਤੋਂ ਜ਼ਿਆਦਾ ਧਾਰਮਿਕ ਭਾਵਨਾ ਵਾਲੇ ਸਨ। ਤਾਲਿਬਾਨ ਜੋ ਕਿ ਪਸ਼ਤੂਨ ਨੈਸ਼ਨਲਿਜ਼ਮ ਦੇ ਵਿੱਚ ਯਕੀਨ ਕਰਦੇ ਸਨ, ਜਿਸ ਨੂੰ ਪਾਕਿਸਤਾਨ ਤੇ ਸਾਊਦੀ ਅਰਬ ਦੀ ਸਪੋਰਟ ਮਿਲਦੀ ਰਹੀ।
1996 ਚ ਤਾਲਿਬਾਨ ਹੈ ਜਿਹੜਾ ਉਹ ਕਾਬੁਲ ਤੇ ਕਬਜ਼ਾ ਕਰ ਲੈਂਦਾ ਹੈ। ਸ਼ੁਰੂਆਤ ਦੇ ਵਿੱਚ ਲੋਕਾਂ ਦੀ ਸਪੋਰਟ ਮਿਲਦੀ ਹੈ, ਪਰ ਹੌਲੀ-ਹੌਲੀ ਉਹਨਾਂ ਦੀ ਸੰਕੀਰਨਤਾ, ਉਹਨਾਂ ਦੀ ਰੂੜੀਵਾਦੀ ਸੋਚ ਸਾਹਮਣੇ ਆਉਣ ਲੱਗਦੀ ਹੈ। ਪਹਿਲਾਂ ਜਿੰਨੇ ਵੀ ਲੋਕ ਉਹਨਾਂ ਨਾਲ ਜੁੜਦੇ ਸਨ, ਹੌਲੀ-ਹੌਲੀ ਉਹ ਲੋਕ ਤਾਲਿਬਾਨ ਤੋਂ ਟੁੱਟਣਾ ਸ਼ੁਰੂ ਕਰ ਦਿੰਦੇ ਨੇ ਤੇ ਤਾਲਿਬਾਨ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਆ ਜਾਂਦਾ ਹੈ, ਉਸ ਦੀ ਆਲੋਚਨਾ ਹੋਣ ਲੱਗਦੀ ਹੈ। ਆਪਣੀ ਸੰਕੀਰਨ ਤੇ ਰੂੜੀਵਾਦੀ ਸੋਚ ਦੇ ਕਾਰਨ ਤਾਲਿਬਾਨ ਬਹੁਤ ਕੁਝ ਬੈਨ ਕਰ ਦਿੰਦਾ ਹੈ। ਸਿਨੇਮਾ, ਟੀਵੀ, VCR, ਫੁੱਟਬਾਲ, ਮਿਊਜ਼ਿਕ, ਪਤੰਗਬਾਜ਼ੀ, ਪੇਂਟਿੰਗ, ਫੋਟੋਗ੍ਰਾਫੀ। ਤਾਲਿਬਾਨੀ ਰਾਜ ਦੇ ਵਿੱਚ ਆਦਮੀਆਂ ਦਾ ਦਾੜੀ ਰੱਖਣਾ ਤੇ ਔਰਤਾਂ ਦਾ ਪੂਰੇ ਸਰੀਰ ਨੂੰ ਕਵਰ ਕਰਕੇ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਔਰਤਾਂ ਤੇ ਪਾਬੰਦੀਆਂ ਮੜ ਦਿੱਤੀਆਂ ਜਾਂਦੀਆਂ ਨੇ, ਘਰੋਂ ਬਾਹਰ ਜਾਣ ਤੇ ਮਨਾਹੀ ਕਰ ਦਿੱਤੀ ਜਾਂਦੀ ਹੈ। ਜੇ ਘਰੋਂ ਬਾਹਰ ਜਾਣਾ ਤਾਂ ਕੋਈ ਮਰਦ ਉਹਨਾਂ ਦੇ ਨਾਲ ਹੋਣਾ ਚਾਹੀਦਾ ਹੈ, ਭਾਵੇਂ ਉਹ ਛੋਟਾ ਬੱਚਾ ਹੀ ਕਿਉਂ ਨਾ ਹੋਵੇ। ਤੇ ਇਸ ਤੋਂ ਬਾਅਦ ਕਤਲੋ-ਗਾਰਤ ਦਾ ਦੌਰ ਸ਼ੁਰੂ ਹੁੰਦਾ ਹੈ। ਹਿੰਦੂਆਂ ਨੂੰ ਤੇ ਪਰਸ਼ੀਅਨਾਂ ਨੂੰ ਤਾਲਿਬਾਨ ਨਿਸ਼ਾਨੇ ਤੇ ਲੈਂਦਾ ਹੈ, ਉਹਨਾਂ ਦੀ ਜਾਨ ਹੈ ਜਿਹੜੀ ਅੱਧ ਵਿਚਕਾਰ ਲਟਕ ਜਾਂਦੀ ਹੈ। ਅਫਗਾਨਿਸਤਾਨ ਦੇ ਸੱਭਿਆਚਾਰਕ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਰਹੇ ਬੁੱਧਾ ਸਟੈਚੂਸ ਨੂੰ ਤਹਿਸ-ਨਹਿਸ ਕਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਮਿਟਾ ਦਿੱਤਾ ਜਾਂਦਾ ਹੈ ਤਾਲਿਬਾਨ ਦੇ ਵੱਲੋਂ। ਪੂਰੀ ਦੁਨੀਆ ਇਸ ਤਾਲਿਬਾਨ ਦੀ ਆਲੋਚਨਾ ਸ਼ੁਰੂ ਹੋ ਜਾਂਦੀ ਹੈ, ਜਦਕਿ ਪਾਕਿਸਤਾਨ ਤੇ ਸਾਊਦੀ ਅਰਬ ਵਰਗੇ ਦੇਸ਼ ਇਸ ਤੇ ਕੁਝ ਨਹੀਂ ਬੋਲਦੇ। 1990 ਦੇ ਵਿੱਚ ਮੁਜਾਹਿਦੀਨ ਕੋਸ਼ਿਸ਼ ਕਰਦਾ ਹੈ ਤੇ ਤਾਲਿਬਾਨ ਦੇ ਨਾਲ ਫਾਈਟ ਹੁੰਦੀ ਹੈ, ਪਰ ਉਸ ਫਾਈਟ ਦੇ ਵਿੱਚ ਮੁਜਾਹਿਦੀਨ ਦਾ ਜਿਹੜਾ ਮੁੱਖ ਨੇਤਾ ਹੁੰਦਾ ਹੈ ਉਹ ਮਾਰਿਆ ਜਾਂਦਾ ਹੈ ਤੇ ਉਸ ਦੀ ਮੌਤ ਤੋਂ ਮਹਿਜ਼ 2 ਦਿਨਾਂ ਬਾਅਦ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ 9/11 ਦਾ ਹਮਲਾ ਹੁੰਦਾ ਹੈ ਤੇ ਇਸ ਹਮਲੇ ਦਾ ਮੁੱਖ ਦੋਸ਼ੀ ਉਸਾਮਾ ਬਿਨ ਲਾਦਨ ਪਾਇਆ ਜਾਂਦਾ ਹੈ। ਅੱਤਵਾਦੀ ਗਰੁੱਪ ਅਲ-ਕਾਇਦਾ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ, ਜਦਕਿ ਦੂਜੇ ਪਾਸੇ ਉਸਾਮਾ ਬਿਨ ਲਾਦਨ ਚੇਤਾਵਨੀ ਦਿੰਦਾ ਹੈ ਅਮਰੀਕਾ ਨੂੰ ਕਿ ਉਹਨਾਂ ਦੇ ਵੱਲੋਂ ਅਫਗਾਨਿਸਤਾਨ ਤੇ ਅਫਗਾਨਿਸਤਾਨ ਵਰਗੇ ਹੋਰ ਮੁਲਕਾਂ ਦੇ ਵਿੱਚ ਜੋ ਮੁਸਲਮਾਨਾਂ ਦਾ ਹਾਲ ਕੀਤਾ ਗਿਆ, ਇਹ ਹਮਲਾ ਸੀ ਜਿਹੜਾ ਉਸ ਦੇ ਬਦਲੇ ਵਜੋਂ ਲਿਆ ਗਿਆ। ਹੁਣ ਅਮਰੀਕਾ ਅਫਗਾਨਿਸਤਾਨ 'ਚ ਜਾ ਕੇ 에ਅਰ ਸਟ੍ਰਾਈਕ ਕੰਡਕਟ ਕਰਦਾ ਹੈ ਉਹਨਾਂ ਥਾਵਾਂ ਤੇ ਜਿੱਥੇ ਸ਼ੱਕ ਹੁੰਦਾ ਹੈ ਕਿ ਅੱਤਵਾਦੀ ਗਰੁੱਪ ਲੁਕੇ ਹੋਏ ਨੇ, ਪਰ ਇਸ ਸਭ ਕਾਸੇ ਦੇ ਵਿੱਚ ਇਕੱਲੇ ਅੱਤਵਾਦੀ ਹੀ ਨਹੀਂ ਸਗੋਂ ਆਮ ਨਾਗਰਿਕ ਵੀ ਮਾਰੇ ਜਾਂਦੇ ਨੇ। ਪਰ ਮੁਜਾਹਿਦੀਨ ਦੀ ਸਪੋਰਟ ਲੈ ਕੇ 2001 ਦੇ ਵਿੱਚ ਤਾਲਿਬਾਨ ਨੂੰ ਅਮਰੀਕਾ ਪੂਰੀ ਤਰ੍ਹਾਂ ਨਾਲ ਪਿੱਛੇ ਕਰ ਦਿੰਦਾ ਹੈ। ਸਾਲ 2004 ਦੇ ਵਿੱਚ ਅਫਗਾਨਿਸਤਾਨ 'ਚ ਨਵਾਂ ਕਾਨੂੰਨ ਬਣਾਇਆ ਜਾਂਦਾ ਹੈ, ਚੋਣਾਂ ਹੁੰਦੀਆਂ ਨੇ, 6 ਮਿਲੀਅਨ ਤੋਂ ਵੱਧ ਅਫਗਾਨੀ ਵੋਟਾਂ ਪਾਉਂਦੇ ਨੇ, ਹਾਮਿਦ ਕਰਜ਼ਾਈ ਨਵੇਂ ਰਾਸ਼ਟਰਪਤੀ ਬਣਦੇ ਨੇ ਜੋ ਭਾਰਤ ਤੇ ਅਫਗਾਨਿਸਤਾਨ ਦੇ ਚੰਗੇ ਸਬੰਧਾਂ ਲਈ ਕੋਸ਼ਿਸ਼ਾਂ ਕਰਦੇ ਨੇ। ਉਧਰ USA ਪਾਕਿਸਤਾਨ 'ਚ ਵੀ ਤਾਲਿਬਾਨੀ ਸੰਪਰਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਲ 2011 ਦੇ ਵਿੱਚ ਉਸਾਮਾ ਬਿਨ ਲਾਦਨ ਨੂੰ ਮਾਰ ਦਿੱਤਾ ਜਾਂਦਾ ਹੈ USA ਦੁਆਰਾ। ਇਸ ਪੂਰੇ ਸਮੇਂ ਦੇ ਦੌਰਾਨ USA ਅਫਗਾਨਿਸਤਾਨ 'ਚ ਆਪਣੀ ਆਰਮੀ ਭੇਜਦਾ ਹੈ ਤਾਂ ਜੋ ਸ਼ਾਂਤੀ ਬਣੀ ਰਹੇ ਤੇ ਡੈਮੋਕ੍ਰੈਟਿਕ ਸਰਕਾਰ ਕਾਇਮ ਰਹੇ, ਪਰ ਤਾਲਿਬਾਨ ਅਫਗਾਨਿਸਤਾਨ ਦੇ ਵੱਖ-ਵੱਖ ਖੇਤਰਾਂ 'ਚ ਆਪਣੀਆਂ ਗਤੀਵਿਧੀਆਂ ਜਾਰੀ ਰੱਖਦਾ ਹੈ। ਸਾਲ 2020 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤਾਲਿਬਾਨ ਦੇ ਨਾਲ ਗੱਲਬਾਤ ਜਾਰੀ ਰੱਖਦੇ ਨੇ। ਤਾਲਿਬਾਨ ਦੇ ਨਾਲ ਸ਼ਾਂਤੀਪੂਰਵ ਵਾਰਤਾ ਹੁੰਦੀ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੇਕਰ ਤਾਲਿਬਾਨ ਅਲ-ਕਾਇਦਾ ਦੇ ਨਾਲੋਂ ਆਪਣੇ ਸਬੰਧ ਤੋੜ ਲਏ ਤਾਂ ਅਮਰੀਕਾ ਆਪਣੀਆਂ ਫੌਜਾਂ ਵਾਪਸ ਬੁਲਾ ਲਏਗਾ। ਤੇ ਸਾਲ 2021 ਦੇ ਵਿੱਚ ਜੋ ਬਾਈਡਨ ਦੇ ਵੱਲੋਂ ਅਜਿਹਾ ਹੀ ਫੈਸਲਾ ਲਿਆ ਜਾਂਦਾ ਹੈ। ਜੋ ਬਾਈਡਨ ਇਹ ਦਾਅਵਾ ਕਰਦੇ ਨੇ ਕਿ ਅਮਰੀਕੀ ਫੌਜਾਂ ਤੇ $2 ਟ੍ਰਿਲੀਅਨ ਤੋਂ ਜ਼ਿਆਦਾ ਖਰਚਾ ਹੋ ਰਿਹਾ ਹੈ ਤੇ ਇੰਨੇ ਖਰਚੇ ਦੇ ਨਾਲ ਅਮਰੀਕਾ ਦੀ ਇਕਨੋਮੀ ਹੈ ਜਿਹੜੀ ਉਹ ਤੇ ਬੁਰਾ ਅਸਰ ਪੈ ਰਿਹਾ। ਦੂਜੇ ਪਾਸੇ ਜਿਹੜੇ ਅਮਰੀਕੀ ਫੌਜੀ ਨੇ ਉਹਨਾਂ ਦੇ ਮਨਾਂ 'ਚ ਵੀ ਵੱਡੇ ਸਵਾਲ ਹੁੰਦੇ ਨੇ ਕਿ ਉਹ ਕਿਸ ਲਈ ਲੜ ਰਹੇ ਨੇ ਬੇਗਾਨੇ ਮੁਲਕ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਬੈਠੇ ਹੋਏ ਆਪਣੇ ਨਾਲ ਦੇ ਸਾਥੀਆਂ ਨੂੰ ਸ਼ਹੀਦ ਹੁੰਦਿਆਂ ਦੇਖ ਰਹੇ ਨੇ। ਜਿਸ ਤੋਂ ਬਾਅਦ ਡੋਨਲਡ ਟਰੰਪ ਦਾ ਜੋ ਇੱਕ ਸਮਝੌਤਾ ਹੁੰਦਾ ਉਸ ਸਮਝੌਤੇ ਤੇ ਕਾਇਮ ਹੁੰਦਿਆਂ ਜੋ ਬਾਈਡਨ ਫੌਜਾਂ ਦੀ ਵਾਪਸੀ ਕਰ ਲੈਂਦੇ ਨੇ। 9/11 ਦੀ 20ਵੀਂ ਐਨਵਰਸਰੀ ਤੋਂ ਕੁਝ ਹੀ ਸਮਾਂ ਪਹਿਲਾਂ, ਕੁਝ ਹੀ ਦਿਨ ਪਹਿਲਾਂ 11 ਅਗਸਤ ਨੂੰ ਅਮਰੀਕੀ ਫੌਜਾਂ ਦੀ ਪੂਰਨ ਵਾਪਸੀ ਹੋ ਜਾਂਦੀ ਹੈ ਤੇ ਅਮਰੀਕੀ ਫੌਜਾਂ ਦੇ ਵਾਪਸ ਜਾਣ ਤੋਂ ਬਾਅਦ ਤਾਲਿਬਾਨ ਲਗਾਤਾਰ ਤਾਕਤ ਫੜਦਾ ਜਾਂਦਾ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਪੂਰੇ ਅਫਗਾਨਿਸਤਾਨ ਤੇ ਕਾਬਜ਼ ਹੋ ਜਾਂਦਾ ਹੈ।